ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਗੁਰਮੁਖਾਂ ਵੱਲੋਂ ਸਵਾਲ ਆਇਆ ਹੈ ਕਿ ਜਦ ਵਾਹਿਗੁਰੂ ਜੀ ਅੱਖਾਂ ਸਾਹਮਣੇ ਨੇ ਖਾਲੀ ਖਲਾਅ ਵਿੱਚ, ਫਿਰ ਆਪਾਂ ਅੱਖਾਂ ਬੰਦ ਕਰਕੇ ਅੰਦਰੋਂ ਕਿਉਂ ਲੱਭਦੇ ਹਾਂ? ਇਹਦਾ ਆਨਸਰ ਦੱਸਿਓ ਜੀ। ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਸਾਨੂੰ ਸਾਡੇ ਸਰੀਰ ਦੀ ਕਾਇਆ ਦੀ ਖੋਜ ਦੱਸੀ ਹੈ ਕਿ ਕਿਵੇਂ ਅਸੀਂ ਕਾਇਆ ਨੂੰ ਖੋਜ ਕੇ ਪਰਮਾਤਮਾ ਨਾਲ ਮਿਲਾਪ ਕਰਨਾ। ਜਿਹਨੂੰ ਮਹਾਰਾਜ ਕਹਿੰਦੇ ਕਾਇਆ ਦੇ ਵਿੱਚ ਹੀ, ਇਹ ਸਰੀਰ ਦੇ ਵਿੱਚ ਹੀ ਨਾਮ ਆ, ਇਹ ਸਰੀਰ ਵਿੱਚ ਹੀ ਸੱਚ ਪਰਮਾਤਮਾ ਵਾਸਤੇ ਆ। ਅਤੇ ਅਸੰਖਾਂ ਇਸ ਸਰੀਰ ਵਿੱਚ ਵਸਤੂਆਂ ਜਦੋਂ ਅਸੀਂ ਸੱਚ ਨੂੰ ਮਿਲ ਲੈਂਦੇ ਹਾਂ, ਫਿਰ ਸਾਨੂੰ ਸਾਰਾ ਕੁਛ ਭੇਦ ਲੱਗਦਾ। ਗੁਰੂ ਸਾਹਿਬ ਕਹਿੰਦੇ ਕਾਇਆ ਅੰਦਰ ਵਸਤ ਅਸੰਖਾਂ, ਗੁਰਮੁਖ ਸਾਚ ਮਿਲੇ ਤਾਂ ਵੇਖਾਂ, 9 ਦਰਵਾਜ਼ੇ 10ਵੇਂ ਮੁਕਤਾ, ਅਨਹਦ ਸ਼ਬਦ ਵਜਾਵਣਿਆ। ਮਹਾਰਾਜ ਕਹਿੰਦੇ 9 ਦਾਰੇ ਇਸ ਕਾਇਆ ਦੇ, ਅਤੇ 10ਵੇਂ ਦੇ ਵਿੱਚ ਜਾ ਕੇ ਮਨ ਫਿਰ ਮੁਕਤ ਹੁੰਦਾ। ਉਸ 10ਵੇਂ ਦੁਆਰ ਦੇ ਵਿੱਚ ਅਨਹਦ ਸ਼ਬਦ ਚੱਲਦੇ ਆ। ਇਹ ਆਪਾਂ ਨੂੰ ਗੁਰਬਾਣੀ 'ਚ ਭੇਜ ਦਿੱਤਾ ਆ ਕਿ ਅਸੀਂ ਅੰਤਰਗਤ ਹੋਣਾ। ਜਦੋਂ ਸਿਮਰਨ ਕਰਦੇ ਹਾਂ, ਸ਼ਬਦ ਦੀ ਕਮਾਈ ਕਰਦੇ ਹਾਂ, ਨਾਮ ਤੱਕ ਪਹੁੰਚ ਜਾਂਦਾ ਮਨ। ਫਿਰ ਗੁਰੂ ਦੀ ਸ਼ਰਨ ਵਿੱਚ ਜਾ ਕੇ ਗੁਰੂ ਫਿਰ ਸਾਨੂੰ ਸਾਡੇ ਮਨ ਦੀ ਜੋਤ ਅਤੇ ਪਰਮਾਤਮਾ ਦੇ ਦਰਸ਼ਨ ਕਰਵਾਉਂਦੇ। ਇਵੇਂ ਅਸੀਂ ਫਿਰ ਅੰਦਰ ਉਸ ਨੂੰ ਵਸਾਉਣਾ ਹੁੰਦਾ, ਸੱਚ ਨੂੰ ਅੰਦਰ ਵਸਾਉਣਾ। ਕਈ ਵਾਰੀ ਕਈ ਸੋਚਦੇ ਆ ਕਿ ਅੰਦਰ ਪ੍ਰਵੇਸ਼ ਹੋਣ ਦੀ ਕੀ ਲੋੜ ਆ, ਬਾਹਰ ਜਦੋਂ ਦਿਸਦਾ ਮਾਲਕ, ਬਾਹਰ ਸ਼ਬਦ ਵੀ ਸਾਨੂੰ ਸੁਣ ਰਹੇ ਆ, ਮੈਨੂੰ ਅੰਦਰ ਜਾਣ ਦੀ ਕੀ ਲੋੜ ਆ। ਅਤੇ ਸਾਨੂੰ ਫਿਰ ਸ਼ਬਦ ਵੀ ਸੁਣਦੇ ਆ ਅਤੇ ਸੱਚ ਵੀ ਬਾਹਰ ਦਿਸਦਾ। ਪਰ ਗੁਰਬਾਣੀ ਵਿੱਚ ਆਪਾਂ ਨੂੰ ਦੱਸਿਆ ਇਸ ਅਕਲ ਅਤੇ ਜੋਤ ਦਾ ਇਸਤੇਮਾਲ ਅਸੀਂ ਅੰਤਰਗਤ ਕਰਨਾ ਹੈ। ਉਹ ਜਿੰਨਾ ਚਿਰ ਅੱਖਾਂ ਬੰਦ ਕਰਦੇ ਨਹੀਂ, ਉਹਨਾਂ ਚਿਰ ਅੰਤਰਗਤ ਜੋਤ ਅਤੇ ਅਕਲ ਦਾ ਇਸਤੇਮਾਲ ਨਹੀਂ ਅਸੀਂ ਕਰ ਸਕਦੇ। ਗੁਰੂ ਸਾਹਿਬ ਕਹਿੰਦੇ ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਤੇ ਚਾਨਣ, ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ। ਕਿ ਸਾਰਿਆਂ ਵਿੱਚ ਉਹ ਜੋਤ ਆ। ਗੁਰੂ ਰਾਹੀਂ ਜੋਤ ਬਾਹਰ ਪ੍ਰਗਟ ਕੀਤੀ ਜਾਂਦੀ, ਪ੍ਰਕਾਸ਼ ਦੇਖ ਲੈਂਦੇ ਹਾਂ। ਲੇਕਿਨ ਇਸ ਸੰਸਾਰ ਦੇ ਵਿੱਚੋਂ ਫਿਰ ਅਸੀਂ ਇਸ ਸਰੀਰ ਨੂੰ ਛੱਡ ਕੇ ਆਪਣੇ ਘਰ ਜਾਣਾ ਹੁੰਦਾ। ਅਤੇ ਜਦੋਂ ਸਾਡਾ ਸਰੀਰ 'ਚ ਇੱਦਾਂ ਧਿਆਨ ਰਹਿੰਦਾ ਹੈ, ਅੱਖਾਂ ਸਾਹਮਣੇ ਦੇਖੀ ਜਾਂਦੀਆਂ, ਸੱਚ ਨੂੰ ਦੇਖਣਾ ਆ, ਉਹਦੇ ਸੂਖਮ ਅਤੇ ਅਸਥੂਲ ਨੂੰ, ਨਿਰਗੁਣ ਅਤੇ ਸਰਗੁਣ ਰੂਪ ਨੂੰ, ਕਿਉਂਕਿ ਅਸੀਂ ਸੰਸਾਰ 'ਚ ਵਿਚਰਨਾ। ਪਰ ਜਦੋਂ ਅਸੀਂ ਅਭਿਆਸ ਕਰਨਾ ਹੈ, ਆਪਣੇ ਘਰ ਨੂੰ ਜਾਣਾ ਹੈ, ਫਿਰ ਸਾਨੂੰ ਇਹ ਨੇਤਰ ਬੰਦ ਕਰਨੇ ਪੈਂਦੇ। ਉਹ ਜੋਤ ਜਿਵੇਂ ਨੇਤਰ ਬੰਦ ਕਰਦੇ ਹਨੇਰਾ ਦਿਸਦਾ ਹੈ, ਪਰ ਜੋ ਸਾਨੂੰ ਅਕਲ ਅਤੇ ਜੋਤ ਸਿਖਾਈ ਗਈ ਆ, ਉਸ ਦਾ ਅਸੀਂ ਅੰਤਰਗਤ ਇਸਤੇਮਾਲ ਕਰਕੇ ਅੰਦਰ ਜੋਤ ਪ੍ਰਗਟ ਕਰਨੀ ਹੁੰਦੀ। ਜਿਹਨੂੰ ਮਹਾਰਾਜ ਕਹਿੰਦੇ ਅੰਤਰ ਜੋਤ ਪ੍ਰਗਟੀ ਮਨ ਮਾਨਿਆ, ਸਹਿਜ ਸਮਾਧ ਲਗਾਏ। ਕਿ ਮਨ ਉਦੋਂ ਫਿਰ ਮੰਨ ਜਾਂਦਾ ਜਦੋਂ ਸਹਿਜ ਵਿੱਚ ਚਲਾ ਜਾਂਦਾ ਹੈ ਅਤੇ ਅੰਤਰ ਜੋਤ ਪ੍ਰਗਟ ਹੋ ਜਾਂਦੀ, ਜਿਹੜੀ ਜੋਤ ਸਾਡੇ ਸਾਰਿਆਂ ਵਿੱਚ ਅਤੇ ਗੁਰੂ ਦੀ ਸਿੱਖਿਆ ਦੁਆਰਾ ਪ੍ਰਗਟ ਹੁੰਦੀ। ਬਾਹਰ ਤਾਂ ਅਸੀਂ ਗੁਰੂ ਦੀ ਸ਼ਰਨ ਵਿੱਚ ਜਾ ਕੇ ਮਨ ਦੇ ਜੋਤ ਦੇ ਦਰਸ਼ਨ ਕਰ ਲੈਂਦੇ ਹਾਂ, ਪ੍ਰਕਾਸ਼ ਦੇ ਦਰਸ਼ਨ ਕਰ ਲੈਂਦੇ ਹਾਂ। ਕਈ ਵਾਰੀ ਕਈਆਂ ਦੀਆਂ ਥੱਕ ਜਾਂਦੀਆਂ ਅੱਖਾਂ ਦੇਖ ਦੇਖ ਕੇ, ਅਤੇ ਫਿਰ ਅੱਖਾਂ ਦੁਖਣ ਲੱਗ ਪੈਂਦੀਆਂ, ਕਿਉਂਕਿ ਇਹਨਾਂ ਅੱਖਾਂ ਦਾ ਅਸੀਂ ਇਸਤੇਮਾਲ ਕਰਦੇ। ਇਹਨਾਂ ਨੇਤਰਾਂ ਵਿੱਚ ਮਨ ਦੀ ਜੋਤ ਆ, ਜਿਹਨੂੰ ਮਹਾਰਾਜ ਕਹਿੰਦੇ ਮਨ ਮੈਂ ਜੋ ਜੋਤ ਮੈਂ ਮਨੁਆ। ਇਹਨਾਂ 'ਚ ਮਨ ਬੈਠ ਕੇ ਫਿਰ ਬਾਹਰ ਸੱਚ ਦੇ ਦਰਸ਼ਨ ਕਰਦਾ ਹੈ। ਜੋਤ ਦੇ ਪ੍ਰਗਟ ਹੋ ਜਾਂਦੀ ਮਨ ਦੀ ਵੀ ਅਤੇ ਸੱਚ ਦੀ ਵੀ। ਪਰ ਜਦੋਂ ਅਸੀਂ ਥੋੜ੍ਹੀ ਦੇਰ ਅੱਖਾਂ ਖੋਲ੍ਹੀ ਰੱਖਾਂਗੇ, ਫਿਰ ਕਈਆਂ ਦੀਆਂ ਅੱਖਾਂ ਇੱਥੇ ਖੜ੍ਹ ਹੀ ਜਾਂਦੀਆਂ, ਖਰਾਬ ਹੋ ਜਾਂਦੀਆਂ, ਕਿਉਂਕਿ ਇਹ ਸਰੀਰ ਦੀਆਂ ਅੱਖਾਂ ਦਾ ਇਸਤੇਮਾਲ ਕਰ ਰਹੇ। ਅਤੇ ਜਦੋਂ ਫਿਰ ਮਨ ਇਹ ਜੋਤ ਦਾ ਅੰਤਰਗਤ ਇਸਤੇਮਾਲ ਕਰਦੇ, ਇਹਨਾਂ ਨੇਤਰਾਂ ਨੂੰ ਛੱਡ ਜਾਂਦਾ। ਜਦੋਂ ਇਹਨਾਂ ਨੇਤਰਾਂ ਨੂੰ ਅਸੀਂ ਛੱਡਦੇ ਹਾਂ, ਉਦੋਂ ਫਿਰ ਸਾਡੇ ਸਰੀਰ ਦਾ ਜ਼ੋਰ ਨਹੀਂ ਲੱਗਦਾ, ਇਹਨਾਂ ਨੇਤਰਾਂ ਦਾ ਜ਼ੋਰ ਨਹੀਂ ਲੱਗਦਾ। ਗੁਰਬਾਣੀ 'ਚ ਸਾਨੂੰ ਫਿਰ ਅੰਦਰ ਦਾ ਖੋਜ ਭੇਜ ਦਿੱਤੀ ਹੈ। ਕਿ ਕਈ ਸੋਚਦੇ ਕਿ ਸਹੀ ਅੰਤਰਗਤ ਜਾਣ ਦੀ ਕੀ ਲੋੜ ਹੈ ਜਦੋਂ ਸੱਚ ਨੂੰ ਦੇਖ ਲਿਆ। ਪਰ ਜਿੰਨਾ ਚਿਰ ਅਸੀਂ ਅੰਤਰਗਤ ਨਹੀਂ ਜਾਂਦੇ, ਸੱਚ ਦੇ ਸਨਮੁਖ ਨਹੀਂ ਹੁੰਦੇ, ਨਾਮ ਦੇ ਵਿੱਚ ਸਮਾਉਂਦੇ ਨਹੀਂ, ਮਾਲਕ ਦੇ ਸਨਮੁਖ ਨਹੀਂ ਹੁੰਦੇ, ਸਾਨੂੰ ਫਿਰ ਭੇਦ ਨਹੀਂ ਲੱਗਦਾ ਕਿ ਅਸੀਂ ਕਿਵੇਂ ਗੱਲਬਾਤ ਕਰਨੀ ਆਪਣੇ ਮਾਤਾ ਪਿਤਾ ਨੇ। ਅਤੇ ਜਿਹਨੂੰ ਮਹਾਰਾਜ ਕਹਿੰਦੇ ਅੰਤਰ ਜੋਤ ਪ੍ਰਗਟ ਹੋ ਜਾਂਦੀ, ਮਨ ਸਹਿਜ ਸਮਾਧ ਵਿੱਚ ਚਲਾ ਜਾਂਦਾ, ਜੋਤ ਵਿੱਚ ਜੋਤ ਮਿਲਦੀ ਹੈ। ਜੋ ਗੁਰੂ ਸਾਹਿਬ ਸਾਨੂੰ ਗੁਰਬਾਣੀ 'ਚ ਭੇਜ ਦਿੰਦੇ ਆ, ਇਹ ਮਨੁਆ ਜਿਹੜਾ ਸਾਡਾ ਇਹ ਮਨ ਹੈ, ਸੁਰਨ ਸਮਾਧ ਲਗਾਵੇ, ਜੋਤੀ ਜੋਤ ਮਿਲਾਈ। ਸੋ ਸੁਰਨ ਸਮਾਧ ਵਿੱਚ ਫਿਰ ਜਾਣਾ ਪੈਂਦਾ। ਇਹ ਸੋਚਦੇ ਬਾਹਰ ਵੀ ਅਨਹਦ ਸ਼ਬਦ ਸੁਣੀ ਜਾਂਦੇ ਆ, ਫਿਰ ਅੰਦਰ ਕਿਵੇਂ ਅੰਦਰ ਜਾਣ ਦੀ ਕੀ ਲੋੜ ਆ। ਕਈ ਸੋਚਦੇ ਕਿ ਬਾਹਰ ਅਸੀਂ ਸੱਚ ਨੂੰ ਦੇਖ ਰਹੇ, ਫਿਰ ਅੰਦਰ ਜਾਣ ਦੀ ਕੀ ਲੋੜ ਆ। ਉਹ ਫਿਰ ਗੁਰਬਾਣੀ 'ਚ ਸਾਨੂੰ ਸਾਰਾ ਭੇਜ ਦਿੱਤਾ ਹੈ। ਬਾਹਰ ਗੁਰੂ ਰਾਹੀਂ ਅਸੀਂ ਹਰੀ ਸੱਚ ਨੂੰ ਦੇਖ ਲੈਂਦੇ ਹਾਂ, ਉਹਨਾਂ ਦੇ ਸਨਮੁਖ 5 ਸ਼ਬਦ ਪ੍ਰਗਟ ਹੁੰਦੇ। ਅੰਦਰ ਵੀ ਉਹਨਾਂ ਦੇ ਸਨਮੁਖ 5 ਸ਼ਬਦ ਪ੍ਰਗਟ ਹੁੰਦੇ ਆ, ਜਿਸ ਤਰ੍ਹਾਂ ਮਹਾਰਾਜ ਗੁਰਬਾਣੀ 'ਚ ਦੱਸਦੇ 5 ਸ਼ਬਦ ਦਰਗੇ ਬਾਜਿਓ, ਹਰ ਮਿਲਿਓ ਮੰਗਲ ਗਾਏ। ਗੁਰੂ ਦੀ ਮੱਤ ਦੁਆਰਾ ਫਿਰ ਇਹ ਅਨਹਦ ਸ਼ਬਦ ਅੰਦਰ ਵੀ ਵੱਜਦੇ ਆ। ਫਿਰ ਅਸੀਂ ਉਹਨਾਂ ਨੂੰ ਸੁਣ ਕੇ ਨਾਮ ਸਮਾ ਕੇ ਫਿਰ ਅੰਤਰਗਤ ਸੱਚ ਨਾਲ ਮਿਲ ਕੇ ਮਾਲਕ ਨਾਲ ਫਿਰ ਗੱਲਬਾਤ ਕਰਨੀ ਹੁੰਦੀ ਹੈ। ਇਸ ਕਰਕੇ ਆਪਾਂ ਨੂੰ ਗੁਰਬਾਣੀ 'ਚ ਦੱਸਿਆ ਹੈ ਕਿ ਜੇ ਅਸੀਂ
ਉਹ ਚੀਜ਼ ਅੰਦਰੋਂ ਪ੍ਰਗਟ ਕਰਾਂਗੇ, ਨਾਮ ਵਿੱਚ ਸਮਾਵਾਂਗੇ, ਸੱਚ ਨਾਲ ਮਿਲਾਂਗੇ। ਅਤੇ ਉਸ ਅਵਸਥਾ 'ਚ ਮਹਾਰਾਜ ਕਹਿੰਦੇ ਅੰਤਰ ਬਾਹਰ ਏਕੋ ਜਾਣਿਆ, ਨਾਨਕ ਅਵਰ ਨਾ ਦੂਆ। ਫਿਰ ਅੰਦਰ ਵੀ ਮਾਲਕ ਨੂੰ ਜਾਣਨਾ, ਅੰਦਰ ਮਾਲਕ ਨਾਲ ਮਿਲਾਪ ਕਰਕੇ ਇੱਕ ਜੋਤ ਹੋਣਾ ਹੁੰਦਾ, ਸੱਚ ਦੇ ਵਿੱਚ ਸਮਾ ਜਾਣਾ ਹੁੰਦਾ। ਜੋ ਆਪਾਂ ਨੂੰ ਗੁਰਬਾਣੀ 'ਚ ਦੱਸਿਆ ਕਿ ਇਸ ਸਰੀਰ ਦੀਆਂ ਅੱਖਾਂ ਦਾ ਜਿੱਥੇ ਇਸਤੇਮਾਲ ਨਹੀਂ ਹੁੰਦਾ, ਇਸ ਸਰੀਰ ਦੇ ਕੰਨਾਂ ਦਾ ਇਸਤੇਮਾਲ ਨਹੀਂ ਹੁੰਦਾ, ਪੈਰਾਂ ਦਾ, ਹੱਥਾਂ ਦਾ ਇਸਤੇਮਾਲ ਨਹੀਂ ਹੁੰਦਾ, ਉਸ ਅਵਸਥਾ 'ਤੇ ਮਨ ਨੇ ਜਾਣਾ ਹੁੰਦਾ। ਅਤੇ ਜਿੰਨਾ ਚਿਰ ਅਸੀਂ ਅਭਿਆਸ ਕਰਕੇ ਅੰਤਰਗਤ ਉਸ ਅਵਸਥਾ 'ਚ ਜਾਂਦੇ ਦੀ ਸਾਨੂੰ ਭੇਦ ਨਹੀਂ ਲੱਗਦਾ। ਜਿਸ ਅਵਸਥਾ ਦੀ ਗੱਲ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਗੁਰਬਾਣੀ 'ਚ ਕਰਦੇ ਆ, ਉਹ ਪ੍ਰੈਕਟੀਕਲ ਅਭਿਆਸ ਕਰਕੇ ਉਸ ਅਵਸਥਾ 'ਤੇ ਪਹੁੰਚੇ, ਅੰਦਰੋਂ ਮਿਲਾਪ ਕੀਤਾ ਉਹਨਾਂ ਨੇ। ਜਿਹਨੂੰ ਮਹਾਰਾਜ ਕਹਿੰਦੇ ਅੱਖੀ ਬਾਝੋਂ ਵੇਖਣਾ ਵਿਨ ਕੰਨਾ ਸੁਣਨਾ। ਕਹਿੰਦੇ ਇਹਨਾਂ ਅੱਖਾਂ ਦੁਆਰਾ ਵੇਖਣਾ ਬੰਦ ਕੀਤਾ, ਕੰਨਾਂ ਦੁਆਰਾ ਸੁਣਨਾ ਬੰਦ ਕਰ ਦਿੱਤਾ। ਅੱਖੀ ਬਾਝੋਂ ਵੇਖਣਾ ਵਿਨ ਕੰਨਾ ਸੁਣਨਾ, ਪੈਰਾਂ ਬਾਝੋਂ ਚੱਲਣਾ ਵਿਨ ਹੱਥਾਂ ਕਰਨਾ। ਕਹਿੰਦੇ ਜਿਸ ਅਵਸਥਾ ਦੀ ਗੱਲ ਇਹ ਅੰਦਰ ਦੀ ਮਹਾਰਾਜ ਨੇ ਗੱਲ ਕੀਤੀ ਹੈ ਕਿ ਜਿੱਥੇ ਜਾ ਕੇ ਅੰਤਰਗਤ ਅਸੀਂ ਪ੍ਰਮਾਤਮਾ ਨਾਲ ਮਿਲਦੇ ਹਾਂ। ਫਿਰ ਕਹਿੰਦੇ ਇਹਨਾਂ ਅੱਖਾਂ ਦਾ ਇਸਤੇਮਾਲ ਨਹੀਂ ਉੱਥੇ ਹੁੰਦਾ, ਇਹ ਅਸੀਂ ਬਾਹਰ ਇਸਤੇਮਾਲ ਕਰਦੇ ਹਾਂ, ਮਾਲਕ ਨੂੰ ਦੇਖਦੇ ਹਾਂ ਤਾਂ ਨਿਰਗੁਣ ਵੀ ਅਤੇ ਸਰਗੁਣ ਸਰੂਪ ਵੀ। ਪਰ ਜਿੱਥੇ ਅਸੀਂ ਅੰਤਰਗਤ ਜਾਣਾ ਹੁੰਦਾ ਹੈ, ਇਹਨਾਂ ਅੱਖਾਂ ਦੁਆਰਾ ਨਹੀਂ ਦੇਖਣਾ, ਇਹਨਾਂ ਅੱਖਾਂ ਨੂੰ ਛੱਡ ਜਾਣਾ ਹੁੰਦਾ, ਕਿਉਂਕਿ ਸਰੀਰ ਨੂੰ ਛੱਡਣਾ ਹੈ, ਨਾਮ ਦੀ ਪ੍ਰਾਪਤੀ ਫਿਰ ਸਾਨੂੰ ਹੁੰਦੀ ਹੈ। ਇਹਦੇ ਅੱਖੀ ਬਾਝੋਂ ਵੇਖਣਾ ਵਿਨ ਕੰਨਾਂ ਸੁਣਨਾ, ਇਹਨਾਂ ਕੰਨਾਂ ਦਾ ਫਿਰ ਉੱਥੇ ਇਸਤੇਮਾਲ ਨਹੀਂ ਹੁੰਦਾ। ਉੱਥੇ ਮਨ ਦਾ ਜਿਹੜਾ ਸਾਡਾ ਆਕਾਰ ਆ, ਮਨ ਦੀਆਂ ਗਿਆਨ ਇੰਦਰੀਆਂ ਕਰਮ ਇੰਦਰੀਆਂ ਕੰਮ ਕਰਦੀਆਂ। ਪੈਰਾਂ ਬਾਝੋਂ ਚੱਲਣਾ ਵਿਨ ਹੱਥਾਂ ਕਰਨਾ, ਆਹ ਪੈਰਾਂ ਦਾ ਇਸਤੇਮਾਲ ਨਹੀਂ ਅਸੀਂ ਕਰਦੇ, ਹੱਥਾਂ ਦਾ ਇਸਤੇਮਾਲ ਨਹੀਂ ਇੱਥੇ ਕਰਦੇ। ਜੀਭੇ ਬਾਝੋਂ ਬੋਲਣਾ ਇਉਂ ਜੀਵਤ ਮਰਨਾ, ਇਹ ਜਿਹੜਾ ਅਸੀਂ ਮੁੱਖ ਦੁਆਰਾ ਉਚਾਰਨ ਕਰਦੇ ਹਾਂ ਸ਼ਬਦ, ਇਹ ਫਿਰ ਇਹ ਵੀ ਸ਼ਬਦ ਸਾਡਾ ਬੰਦ ਹੋ ਜਾਂਦਾ। ਮਹਾਰਾਜ ਕਹਿੰਦੇ ਇਹਦੇ ਜਿਉਂਦਿਆਂ ਜੀ ਮਰ ਜਾਂਦਾ, ਵਿਚਾਰਾਂ ਤੁਰਤ ਹੋ ਜਾਂਦਾ। ਫਿਰ ਕੀ ਕਰਨਾ ਹੁੰਦਾ, ਉਸ ਮਾਲਕ ਦੇ ਹੁਕਮ ਨੂੰ ਪਛਾਣਨਾ ਜੋ ਸਾਡੇ ਸਾਰਿਆਂ ਦੇ ਅੰਦਰ ਨਾਮ ਮੌਜੂਦ ਹੈ। ਜਿਹਨੂੰ ਮਹਾਰਾਜ ਕਹਿੰਦੇ ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਜਦੋਂ ਫਿਰ ਨਾਮ ਵਿੱਚ ਸਮਾ ਜਾਂਦੇ ਹਾਂ, ਫਿਰ ਸੱਚ ਦੇ ਸਨਮੁਖ ਹੋ ਜਾਂਦੇ ਹਾਂ, ਮਾਲਕ ਦੀ ਸਾਨੂੰ ਪਹਿਚਾਣ ਆ ਜਾਂਦੀ। ਇੱਦਾਂ ਮਾਲਕ ਨਾਲ ਮਿਲਾਪ ਕਰਨਾ, ਉਹਦਾ ਹੁਕਮ ਪਹਿਚਾਣ ਕੇ। ਹੁਕਮ ਕੀ ਆ? ਨਾਮ, ਜੋ ਸਾਡੇ ਸਾਰਿਆਂ ਦੇ ਅੰਦਰ ਪ੍ਰਮਾਤਮਾ ਦੀ ਆਵਾਜ਼ ਮੌਜੂਦ ਹੈ। ਜਿਹਨੂੰ ਮਹਾਰਾਜ ਕਹਿੰਦੇ ਨਾਨਕ ਹੁਕਮ ਪਛਾਣ ਕੇ ਤਉ ਖਸਮੇ ਮਿਲਣਾ। ਇਹ ਅੰਦਰ ਦਾ ਸਾਨੂੰ ਭੇਦ ਦਿੱਤਾ ਹੈ ਜੋ ਗੁਰੂ ਅੰਗਦ ਦੇਵ ਜੀ ਅੰਤਰਗਤ ਜਾ ਕੇ ਪਰਮਾਤਮਾ ਨਾਲ ਮਿਲਾਪ ਕੀਤਾ। ਉਦੋਂ ਅਸੀਂ ਫਿਰ ਇਸ ਸਰੀਰ ਨੂੰ ਛੱਡਣਾ ਹੁੰਦਾ। ਹੁਣ ਕਈ ਗੁਰਮੁਖ ਕੀ ਕਰਦੇ ਆ ਕਿ ਅੱਖਾਂ ਨੂੰ ਇੱਦਾਂ ਦੇਖੀ ਜਾਂਦੇ, ਬਾਹਰ ਪ੍ਰਕਾਸ਼ ਹੋ ਜਾਂਦਾ। ਇਹ ਪ੍ਰੈਕਟੀਕਲ ਅਭਿਆਸ ਆ ਜੋ ਗੁਰੂ ਨੇ ਜੋਤ ਦਿਖਾਈ, ਪ੍ਰਕਾਸ਼ ਹੋ ਜਾਂਦਾ। ਪਰ ਇਹ ਅੱਖਾਂ ਕਈਆਂ ਦੀਆਂ ਉਹ ਇੰਨਾ ਕਹਿ ਦਿੰਦੇ ਕਿ ਅੰਦਰ ਜਾਣਾ ਹੀ ਨਹੀਂ। ਅੰਦਰ ਜਾਣਾ ਬਹੁਤ ਜ਼ਰੂਰੀ। ਭਾਈ ਸਾਹਿਬ ਜਦੋਂ ਵੀ ਅਭਿਆਸ ਕਰਾਉਂਦੇ ਸੀ, ਸਿਮਰਨ ਕਰਾਉਂਦੇ ਸੀ ਪਿਤਾ ਜੀ, ਉਹਨਾਂ ਨੇ ਸਾਨੂੰ ਅੰਤਰਗਤ ਕਿਵੇਂ ਜਾਣਾ, ਬਾਹਰ ਵੀ ਦੇਖਣਾ ਅਤੇ ਅੰਤਰਗਤ ਵੀ ਦੇਖਣਾ। ਪਰ ਜੇ ਅਸੀਂ ਕਰਮ ਕਰਨਾ, ਬਾਹਰ ਸਮਦ੍ਰਿਸ਼ਟ ਹੋਣਾ ਹੁੰਦਾ ਕਿ ਕਰਮ ਦੇ ਵਿੱਚ ਵੀ ਧਿਆਨ ਨਾਲ ਕਰਮ ਕਰਨਾ ਵੀ ਬਹੁਤ ਜ਼ਰੂਰੀ ਹੈ ਇਸ ਤਨ ਨੂੰ ਪਾਲਣ ਵਾਸਤੇ। ਨਾਲ ਕਰਮ ਦੇ ਧਰਮ ਦ੍ਰਿੜ ਕਰਨਾ। ਫਿਰ ਉਹ ਆਪਾਂ ਨੂੰ ਦੱਸਿਆ ਕਿ ਮਾਲਕ ਦਰਪਣ ਨਿਆਈ ਹੈ, ਜਿਵੇਂ ਸਾਫ਼ ਸ਼ੀਸ਼ਾ ਹੁੰਦਾ, ਫਿਰ ਇਹਨੂੰ ਸੂਖਮ ਤੋਂ ਅਸਥੂਲ ਨੂੰ ਦੇਖਣਾ ਹੁੰਦਾ, ਨਿਰਗੁਣ ਤੋਂ ਸਰਗੁਣ ਰੂਪ ਨੂੰ ਦੇਖਣਾ ਹੁੰਦਾ, ਜੋ ਆਪਾਂ ਪ੍ਰੈਕਟੀਕਲ ਕਰਦੇ। ਪਰ ਜਦੋਂ ਅਸੀਂ ਅਭਿਆਸ ਕਰਨਾ, ਜੇ ਰਾਤ ਨੂੰ ਅਸੀਂ ਬੈਠਦੇ ਹਾਂ, ਰਾਤ ਨੂੰ ਭਗਤੀ ਕਰਦੇ ਹਾਂ ਕਰਮ ਤੋਂ ਵਿਹਲੇ ਹੋਏ, ਉਸ ਵਕਤ ਅਸੀਂ ਅੰਤਰਗਤ ਇਸ ਜੋਤ ਦਾ ਇਸਤੇਮਾਲ ਕਰਨਾ ਹੁੰਦਾ। ਮਨ ਨੇ ਅੰਤਰਗਤ ਜਾ ਕੇ ਮਾਲਕ ਨਾਲ ਮਿਲਣਾ ਹੁੰਦਾ। ਜਿੱਥੇ ਆਪਾਂ ਸ਼ਬਦ ਗੁਰਬਾਣੀ ਰਾਹੀਂ ਭੇਦ ਲਿਆ ਕਿ ਜਿੱਥੇ ਨਾ ਅੱਖਾਂ ਦਾ ਇਸਤੇਮਾਲ ਨਹੀਂ ਹੁੰਦਾ, ਹੱਥਾਂ ਪੈਰਾਂ ਦਾ ਇਸਤੇਮਾਲ ਨਹੀਂ ਹੁੰਦਾ, ਆਪਾਂ ਸਰੀਰ ਸਾਰੇ ਛੱਡਦੇ ਰਾਤ ਨੂੰ, ਜਿੱਥੇ ਆਪਾਂ ਚਲੇ ਜਾਂਦੇ ਹਾਂ ਸੁੰਨ ਮੰਡਲ ਦੇ ਵਿੱਚ, ਉਹ ਸਾਰਾ ਫਿਰ ਸਾਨੂੰ ਗੁਰਬਾਣੀ ਰਾਹੀਂ ਭੇਜ ਦਿੱਤਾ। ਇਸ ਕਰਕੇ ਸਾਨੂੰ ਅੰਤਰਗਤ ਜਾਣਾ ਬਹੁਤ ਜ਼ਰੂਰੀ ਹੈ। ਜਦੋਂ ਅੰਤ ਸਮਾਂ ਵੀ ਸਾਡਾ ਆਉਂਦਾ ਹੈ, ਉਦੋਂ ਵੀ ਅਸੀਂ ਸਰੀਰ ਨੂੰ ਛੱਡਣਾ ਹੁੰਦਾ। ਅਤੇ ਜੇ ਅਸੀਂ ਅੰਤਰਗਤ ਨੂੰ ਜਾਣਾ ਹੀ ਨਹੀਂ ਸਿੱਖਿਆ, ਨਾਮ ਨੂੰ ਸੁਣ ਕੇ ਸੱਚ ਵਿੱਚ ਜੋਤ ਵਿੱਚ ਜੋਤ ਮਿਲਾਉਣੀ ਨਹੀਂ ਸਿੱਖੀ, ਕਿਉਂਕਿ ਉਦੋਂ ਤੋਂ ਇਹਨਾਂ ਨੇਤਰਾਂ ਦਾ ਇਸਤੇਮਾਲ ਹੀ ਨਹੀਂ ਹੋਣਾ। ਇਹਨਾਂ ਨੇਤਰਾਂ ਨੂੰ ਅਸੀਂ ਛੱਡ ਜਾਣਾ ਹੁੰਦਾ। ਇਹ ਸਰੀਰ ਨੂੰ ਛੱਡਣਾ ਹੈ ਮਨ ਨੇ, ਅਤੇ ਮਨ ਦੀ ਜੋਤ ਪਰਮਾਤਮਾ 'ਚ ਜਾ ਕੇ ਮਿਲਣੀ। ਸੋ ਬਾਹਰ ਦੇ ਕੇ ਇਹਨੂੰ ਅੰਤਰਗਤ ਵਸਾਉਣਾ ਹੁੰਦਾ, ਅੰਤਰਗਤ ਮਿਲਾਪ ਕਰਨਾ ਹਰੀ ਨਾਲ। ਅਤੇ ਜਿਹੜੇ ਸਿਰਫ ਬਾਹਰ ਹੀ ਦੇਖੇ ਜਾਂਦੇ, ਕਹਿੰਦੇ ਬਾਹਰ ਹੀ ਪ੍ਰਕਾਸ਼ ਆ, ਅੰਦਰ ਹੈ ਹੀ ਨਹੀਂ ਕੁਛ, ਉਹ ਫਿਰ ਅੱਧਾ ਗਿਆਨ ਲੈ ਕੇ ਚੱਲਦੇ। ਜਦ ਕਿ ਗੁਰਬਾਣੀ 'ਚ ਸਾਨੂੰ ਸਾਰਾ ਪੂਰਨ ਗਿਆਨ ਦਿੱਤਾ ਹੋਇਆ ਆ, ਜਿੱਥੇ ਤੱਕ ਅਸੀਂ ਸੱਚ ਨਾਲ ਮਿਲਾਪ ਕਰਕੇ ਜਨਮ ਮਰਨ ਸਾਡਾ ਖੰਡਨ ਹੋ ਜਾਂਦਾ। ਨਾਮ 'ਚ ਸਮਾਉਣਾ, ਫਿਰ ਜਿੰਨਾ ਚਿਰ ਅਸੀਂ ਉਹ ਅੰਦਰੋਂ ਸੁਣਦੇ ਨਹੀਂ, ਨਾਮ ਵਿੱਚ ਸਮਾਉਂਦੇ ਨਹੀਂ, ਅੰਦਰ ਕਿਹੜੇ ਸ਼ਬਦ ਪ੍ਰਗਟ ਹੋਏ ਜੋ ਪ੍ਰੈਕਟੀਕਲ ਗੁਰਬਾਣੀ 'ਚ ਅਭਿਆਸ ਕੀਤਾ, ਐਕਸਪੀਰੀਅੰਸ ਨਹੀਂ ਕਰ ਸਕਦੇ, ਅਤੇ ਨਾ ਹੀ ਅੱਗੇ ਕਿਸੇ ਨੂੰ ਐਕਸਪਲੇਨ ਕਰ ਸਕਦੇ। ਅਸੀਂ ਕਹਿ ਦਿੰਦੇ ਕਿ ਬਾਹਰ ਆ ਦਿਸਦਾ ਹੈ, ਕਿਉਂਕਿ ਅਸੀਂ ਗੁਰੂ ਰਾਹੀਂ ਜਾ ਕੇ ਦੇਖ ਲਿਆ, ਫਿਰ ਦੂਜਿਆਂ ਨੂੰ ਦਿਖਾਉਣਾ ਸ਼ੁਰੂ ਕਰ ਦਿੰਦੇ। ਉਹਦੇ ਨਾਲ ਕੀ ਹੁੰਦਾ ਹੈ ਕਿ ਕਈ ਗੁਰਮੁਖਾਂ ਦਾ ਸੰਤੁਲਨ ਵੀ ਵਿਗੜ, ਕਿਉਂਕਿ ਉਹਨਾਂ ਦੀ ਨੇਤਰੀ ਇੱਥੇ ਖੜ੍ਹ ਜਾਂਦੇ,
ਉਹ ਦੇਖੀ ਜਾਂਦੇ ਆ, ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਇਹਨੂੰ ਅੰਤਰਗਤ ਵਸਾਉਣਾ। ਜਿੰਨਾ ਚਿਰ ਅੰਤਰਗਤ ਵਸਦਾ ਨਹੀਂ ਫਿਰ ਭਰਮ 'ਚ ਪੈ ਜਾਂਦੇ, ਫਿਰ ਦੂਜਾ ਅੱਗੇ ਆ ਜਾਂਦਾ ਹੈ, ਕਾਲ ਦੇ ਦੇਸ਼ ਵਿੱਚ ਮਨ ਚਲਾ ਜਾਂਦਾ। ਸੋ ਇਹ ਪ੍ਰਕਾਸ਼ ਬਾਹਰ ਦੇਖਣ ਦਾ ਇਹੀ ਹੁੰਦਾ ਹੈ ਕਿ ਜੋ ਗੁਰੂ ਅਮਰਦਾਸ ਜੀ ਨੇ ਕਿਹਾ, ਇਹ ਨੇਤਰ ਮੇਰੇ ਹਰ ਤੁਮ ਮੈਂ ਜੋਤਰੀ ਹਾਰ ਬਿਨ ਅਵਰ ਨਾ ਦੇਖੋ ਕੋਈ। ਫਿਰ ਸਾਰਿਆਂ 'ਚ ਉਹ ਜੋਤ ਦਿਸੇ ਜਿਹੜੀ ਇੱਕ ਗੁਰਮੁਖ ਦ੍ਰਿਸ਼ਟ ਹੋ ਜਾਂਦੇ ਆ, ਜਿਹਨੂੰ ਮਹਾਰਾਜ ਕਹਿੰਦੇ ਗੁਰਮੁਖ ਇੱਕ ਦ੍ਰਿਸ਼ਟ ਕਰ ਦੇਖੇ ਕਟ ਕਟ ਜੋਤ ਸਮੋਈ ਜੀਓ। ਚਲ ਤੋਂ ਠਾਕ ਰੱਖੋ ਘਰ ਆਪਣੇ, ਗੁਰ ਮਿਲੀ ਏਮਤ ਹੋਈ ਜੀਓ। ਮਨ ਚੱਲਦੇ ਨੂੰ ਰੋਕ ਲੈਂਦੇ, ਵਿਚਾਰਾਂ ਤੋਂ ਰਹਿਤ ਕਰ ਲੈਂਦੇ, ਫਿਰ ਇੱਕ ਦ੍ਰਿਸ਼ਟੀ ਹੋ ਜਾਂਦੀ ਗੁਰਮੁਖਾਂ ਦੀ। ਫਿਰ ਉਹ ਦੂਜਾ ਨਹੀਂ ਵੇਖਦੇ ਕਿ ਸੰਸਾਰ ਵਿੱਚ ਵੀ ਹਰੀ ਦਾ ਰੂਪ ਦੇਖਦੇ ਸਾਰਿਆਂ ਨੂੰ। ਇਵੇਂ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ, ਰੂਪ ਨਦਰੀ ਆਇਆ। ਸਹਿਜ ਵਿੱਚ ਪ੍ਰੈਕਟੀਕਲ ਅਭਿਆਸ ਕਰੀ ਜਾਊਂਗੇ। ਫਿਰ ਵਾਹਿਗੁਰੂ ਇਹ ਅਵਸਥਾਵਾਂ ਬਖਸ਼ਦੇ ਵੀ ਹੈ, ਪਰ ਇਹ ਜੋਤ ਦਾ ਅਸੀਂ ਬਾਹਰ ਦੇਖਣਾ ਤਾਂ ਜੋ ਸਾਡਾ ਮਨ ਫੁਰਨਿਆ ਜਾਵੇ, ਸਾਨੂੰ ਹਰੀ ਦਿਸੇ ਚਾਰ ਚੁਫੇਰੇ। ਪ੍ਰਕਾਸ਼ ਵੀ ਬਾਹਰ ਹੋ ਜਾਂਦਾ, ਪਰ ਕਰਮ ਕਰਨ ਦੇ ਲਈ ਅਸੀਂ ਸਮਦ੍ਰਿਸ਼ਟੀ ਹੋਣਾ ਹੁੰਦਾ, ਤਾਂ ਜੋ ਅਸੀਂ ਕਰਮ ਕਰਦਿਆਂ ਨਾਲ ਸੱਚ ਦੇ ਸਨਮੁਖ ਰਹੀਏ। ਗੁਰੂ ਸਾਹਿਬ ਨੇ ਸਾਨੂੰ ਵਿਧੀ ਸਿਖਾਈ ਸੱਚ ਨੂੰ ਦੇਖਣ ਦੀ, ਅਤੇ ਇਹਨੂੰ ਫਿਰ ਅਸੀਂ ਅੰਤਰਗਤ ਪ੍ਰਗਟ ਕਰਨਾ, ਨਾ ਵਿਸਮਾਵਾਂਗੇ। ਜਿਹਨੂੰ ਮਹਾਰਾਜ ਕਹਿੰਦੇ ਸੁਨ ਸਮਾਧ ਗੁਫਾ ਤੇ ਆਸਨ, ਕੇਵਲ ਬ੍ਰਹਮ ਪੂਰਨ ਤੈ ਬਾਸਨ, ਭਗਤ ਸੰਗ ਪ੍ਰਭ ਗੋਸ਼ਟ ਕਰਤ ਤੇ ਹਰਖ ਨੇ ਸੋਗ ਨੇ ਜਨਮ ਨੇ ਮਰਤ। ਕਿ ਜਿੱਥੇ ਜਾ ਕੇ ਭਗਤ ਪਰਮਾਤਮਾ ਨਾਲ ਵਿਚਾਰ ਕਰਦੇ ਆ, ਉਹ ਸੁਨ ਗੁਫਾ ਵਿੱਚ ਹੈ। ਜਦੋਂ ਅਸੀਂ ਇਹਨਾਂ ਨੇਤਰਾਂ ਨੂੰ ਬੰਦ ਕਰ ਲੈਂਦੇ ਹਾਂ, ਇਸ ਸਰੀਰ 'ਚ ਅੰਤਰਗਤ ਚਲੇ ਜਾਂਦੇ ਹਾਂ, ਸੁਨ ਵਿੱਚ ਸਮਾ ਜਾਂਦੇ ਹਾਂ, ਉੱਥੇ ਜਾ ਕੇ ਮਾਲਕ ਨਾਲ ਸਾਡੀ ਗੱਲਬਾਤ ਹੁੰਦੀ ਹੈ। ਜਿਹਨੂੰ ਮਹਾਰਾਜ ਕਹਿੰਦੇ ਆ ਜਾ ਤੋ ਭੀਤਰ ਮਹਿਲ ਬੁਲਾਵੇ, ਪੁੱਛੋ ਬਾਤ ਨਰੰਤੀ। ਕਿ ਜਦੋਂ ਤੁਸੀਂ ਮਹਿਲ ਵਿੱਚ ਅੰਤਰਗਤ ਚਲੇ ਗਏ, ਫਿਰ ਮਾਲਕ ਨਾਲ ਤੁਸੀਂ ਗੱਲ ਕਰ ਸਕਦੇ ਆ, ਜੋ ਵੀ ਪੁੱਛਣਾ ਚਾਹੁੰਦੇ ਪੁੱਛ ਸਕਦੇ। ਇਹ ਸਾਰਾ ਸਾਨੂੰ ਗੁਰਬਾਣੀ 'ਚ ਭੇਦ ਦਿੱਤਾ ਹੈ। ਸੋ ਅਸੀਂ ਅੱਧਾ ਗਿਆਨ ਲੈ ਕੇ ਨਹੀਂ ਚੱਲਣਾ ਹੁੰਦਾ, ਜੋ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਸਾਨੂੰ ਸਾਰਾ ਪੂਰਨ ਗਿਆਨ ਦਿੱਤਾ ਹੋਇਆ। ਮਹਾਰਾਜ ਕਹਿੰਦੇ ਪੂਰਾ ਗੁਰ ਅਰਾਧਿਆ, ਪੂਰਾ ਜਾ ਕਰ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਸੋ ਇਸ ਤਰੀਕੇ ਨਾਲ ਜਦੋਂ ਆਪਾਂ ਅਭਿਆਸ ਕਰੋਗੇ, ਫਿਰ ਸੌਖਾ ਹੋ ਜਾਊਗਾ ਸਾਨੂੰ ਇਹ ਦੱਸਣਾ ਕਿ ਕਿੱਦਾਂ। ਜੇ ਕੋਈ ਪੁੱਛ ਲੇ, ਇਹਨਾਂ ਦਾ ਇਸਤੇਮਾਲ ਨਹੀਂ ਜਦੋਂ ਹੁੰਦਾ, ਮਾਲਕ ਨੂੰ ਅਸੀਂ ਬਾਹਰ ਦੇਖ ਰਹੇ ਹਾਂ, ਪਰ ਜਦੋਂ ਫਿਰ ਇਹਨਾਂ ਦਾ ਇਸਤੇਮਾਲ ਨਹੀਂ ਹੁੰਦਾ, ਅੱਖਾਂ ਦਾ ਬੰਦ ਕਰ ਲੈਂਦੇ, ਅਤੇ ਫਿਰ ਕੀ ਦੇਖਣਾ। ਉਹ ਫਿਰ ਜੇ ਪ੍ਰੈਕਟੀਕਲ ਕੀਤਾ ਹੋਊਗਾ, ਅਭਿਆਸ ਕੀਤਾ ਹੋਊਗਾ, ਅੰਤਰਗਤ ਜਾਣਾ ਸਿੱਖਿਆ ਹੋਊਗਾ। ਜਿਹਨੂੰ ਮਹਾਰਾਜ ਕਹਿੰਦੇ ਨਾਮ ਨਿਧਾਨ ਧਿਆਨ ਅੰਤਰਗਤ। ਕਿਵੇਂ ਨਾਮ 'ਚ ਅੰਤਰਗਤ ਧਿਆਨ ਲਾਉਣਾ, ਜਿੱਥੇ ਸਾਡੀ ਭਟਕਣਾ ਖਤਮ ਹੋ ਜਾਂਦੀ। ਜਿਨ੍ਹਾਂ ਗੁਰਮੁਖਾਂ ਨੇ ਫਿਰ ਅੰਤਰਗਤ ਜਾ ਕੇ ਅਭਿਆਸ ਕੀਤਾ, ਸੱਚ ਨੂੰ ਬਾਹਰ ਵੀ ਦੇਖਿਆ, ਅੰਦਰ ਵੀ ਦੇਖਿਆ, ਉਹਨਾਂ ਨੇ ਫਿਰ ਆਪਾਂ ਨੂੰ ਗੁਰਬਾਣੀ 'ਚ ਖੋਲ੍ਹ ਕੇ ਸਮਝਾ ਦਿੱਤਾ। ਅਤੇ ਪਿਤਾ ਜੀ ਨੇ ਵੀ ਇਹੀ ਸਮਝਾਇਆ ਸੀ ਕਿ ਜਦੋਂ ਆਪਾਂ ਸਾਰਾ ਕੁਛ ਉਹਨਾਂ ਨੇ ਗੁਰਬਾਣੀ ਦੇ ਪ੍ਰੈਕਟੀਕਲ ਕੀਤਾ, ਅੰਤਰਗਤ ਗਏ ਸੁਨ ਮੰਡਲ ਵਿੱਚ, ਉਹ ਸਾਰਾ ਆਪਾਂ ਨੂੰ ਫਿਰ ਗਿਆਨ ਗੁਰਬਾਣੀ ਨੇ ਦਿੱਤਾ। ਅਤੇ ਜਦੋਂ ਆਪਾਂ ਵੀ ਫਿਰ ਅਭਿਆਸ ਕਰਦੇ ਆ ਅੰਤਰਗਤ, 'ਤੇ ਸਾਰਾ ਕੁਛ ਪ੍ਰਗਟ ਹੁੰਦਾ ਹੈ, ਫਿਰ ਐਕਸਪਲੇਨ ਕਰਨਾ ਬੜਾ ਸੌਖਾ ਹੋ ਜਾਂਦਾ। ਇੱਦਾਂ ਹੀ ਅਸੀਂ ਅਭਿਆਸ ਕਰਨਾ ਜੋ ਗੁਰੂ ਸਾਹਿਬ ਨੇ ਗੁਰਬਾਣੀ ਰਾਹੀਂ ਸਾਨੂੰ ਦੱਸਿਆ, ਤਾਂ ਜੋ ਸਾਡੇ ਇਸ ਸਰੀਰ ਦੇ ਤੱਤਾਂ ਦਾ ਵੀ ਸੰਤੁਲਨ ਨਾ ਵਿਗੜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।